तो ऑनलाइन क्लास मैं सुखवंत सिंह ਆਪਾਂ कर रहे हैं पंजाबी साहित्य प्लस 2 ਦੇ ਪੰਜਾਬੀ ਸਾਹਿਤ ਦੇ ਵਿੱਚ ਆਪਣਾ रूप विधान ਅਤੇ इतिहास भाग दूजा ਦੇ ਵਿੱਚ ਜਿਹੜਾ ਦੂਜਾ ਆਪਣਾ ਟੌਪਿਕ ਹੈ रस ਉਹ ਚੱਲ ਰਿਹਾ ਸੀ। ਪਹਿਲਾ ਸੀ ਸਾਹਿਤ ਦੇ ਰੂਪ ਤੇ ਆਪਣਾ ਦੂਜਾ ਟੌਪਿਕ ਚੱਲ ਰਿਹਾ ਸੀ रस। रस ਦੇ ਵਿੱਚ ਆਪਾਂ ਲਗਭਗ 5 ਜਿਹੜੇ रस ਹੈ ਉਹਨਾਂ ਤੇ ਆਪਾਂ ਚਰਚਾ ਕਰ ਲਈ। ਹੁਣ ਆਪਾਂ ਜਿਹੜਾ ਅੱਜ रस ਕਰਾਂਗੇ, ਅੱਜ ਦਾ रस ਹੈ ਆਪਣਾ ਭਿਆਨਕ रस। ਇਸ ਤੋਂ ਪਹਿਲਾਂ ਆਪਣੀ ਪਹਿਲੀ ਵੀਡੀਓ ਦੇ ਵਿੱਚ 5 रसां ਤੇ ਆਪਾਂ ਚਰਚਾ ਕਰ ਚੁੱਕੇ ਹਾਂ। ਅੱਜ ਆਪਣਾ ਜਿਹੜਾ रस ਦੇ ਵਿੱਚ ਅਗਲਾ रस है जी ਭਿਆਨਕ रस। ਇਸ ਤੋਂ ਪਹਿਲਾਂ ਆਪਾਂ ਸ਼ਿੰਗਾਰ रस, ਹਾਸ रस, ਕਰੁਣਾ रस, ਰੌਦਰ रस, ਵੀਰ रस ਇਹਨਾਂ रसां ਤੇ ਆਪਾਂ ਵਿਸਥਾਰ ਪੂਰਵਕ ਚਰਚਾ ਕੀਤੀ ਸੀ। ਇਹਨਾਂ ਦਾ ਸਥਾਈ ਭਾਵ, ਇਹਨਾਂ ਦਾ ਜਿਹੜਾ ਪ੍ਰਭਾਵ ਸਭ ਤੇ ਆਪਾਂ ਪੂਰੇ ਵਿਸਥਾਰ ਨਾਲ ਉਦਾਹਰਨਾਂ ਸਹਿਤ ਚਰਚਾ ਕੀਤੀ ਸੀ। ਅੱਜ ਆਪਾਂ ਕਰਨ ਜਾ ਰਹੇ ਹਾਂ ਭਿਆਨਕ रस। ਅੱਜ ਆਪਣਾ ਜਿਹੜਾ 6ਵਾਂ रस है ਇਹ ਹੈ ਭਿਆਨਕ रस। ਇਸ ਤੋਂ ਪਹਿਲਾਂ ਆਪਣੇ 5 रस ਹੋ ਚੁੱਕੇ ਹਨ। ਭਿਆਨਕ रस ਦਾ ਸਥਾਈ ਭਾਵ, ਭਿਆਨਕ रस ਦਾ ਸਥਾਈ ਭਾਵ ਭੈ ਜਾਂ डर, भै ਜਾਂ डर है। ਭਿਆਨਕ रस ਦਾ ਸਥਾਈ ਭਾਵ ਭੈ ਜਾਂ डर है। ਆਪਾਂ ਕੋਈ ਵੀ रस ਕਰਦੇ ਹਾਂ ਤਾਂ ਉਸ ਤੋਂ ਪਹਿਲਾਂ ਆਪਾਂ ਉਹਦਾ ਸਥਾਈ ਭਾਵ ਸਮਝਦੇ ਹਾਂ ਵੀ ਆਪਾਂ ਨੂੰ ਉਹਦਾ ਸਥਾਈ ਭਾਵ ਅਸਲ ਦੇ ਵਿੱਚ ਉਹਦਾ ਭਾਵ ਕੀ ਹੈ, ਅਸਲ ਦੇ ਵਿੱਚ ਆਪਾਂ ਨੂੰ ਕਿਵੇਂ ਅਨੁਭਵ ਕਰ ਸਕਦੇ ਹਾਂ। ਭਿਆਨਕ ਨੂੰ ਆਪਣਾ जो कविता दे विच आपां जदों पढ़ांगे तां आपां नूं किहड़ा भाव महसूस होगा। जिवें शिंगार रस दे विच की सीगा प्यार, हास रस दे विच सीगा हासा, रौद्र रस दे विच सीगा क्रोध, फिर अपना आया उस तो बाद करुणा दा भाव उहदा सी तरस, ते फिर सीगा अपना जिहड़ा अगला रस वीर रस। रौद्र रस दा क्रोध ते करुणा दा शोक, करुणा दा सीगा शोक, ते वीर रस दा भाव सीगा उत्साह। वीर रस का भाव सीगा उत्साह। ठीक है, इसे तरह जिहड़ा अपना भयानक रस है इसका स्थाई भाव है भै जां डर। हुण भै दा डर किवें हुंदा है कि आपां कोई नाटक वेखदे हां या आपां कोई कविता कहानी इह जी सुणदे हां जिस दे नाल अपने मन अंदर भै पैदा हुंदा है, जिस दे नाल अपने मन विच डर पैदा हुंदा है, जिहदे नाल सानू जिहड़ी साडी स्थिति है, साडी जिहड़ी मन की स्थिति वो डरदी है, मन दे विच डर पैदा होना। जो डर पैदा होगा तो उत्थे किहड़े रस का प्रगटावा होगा? भयानक रस का प्रगटावा होगा। भयानक रस का प्रगटावा होगा। हुण आपां नूं डै या भै किस तों लगदा है? जिवें आपां शुरू करदे हां किसे डरावनी शै, किसे डरावनी शै। हुण मान लो कोई डरावनी शै, शै दा भाव शख्सियत, कोई है जी आपां नूं कोई चीज दिसे, कोई है जी आपां नूं चीज दिसे, वस्तु दिसे जिहदे नाल आपां नूं की लगे, डर लगे। डरावनी शै कोई इह जिहा शै आपां नूं दृश्य देखण नूं मिले जिहदे नाल अपने की होवे, जिहड़ा डर पैदा होवे, भै पैदा होवे, भयानक रस पैदा होवे। पहली गल की सी डरावनी शै। किसे डरावनी शै नूं देखण सुनन करके, हुण किसे डरावनी, किसे लिखी दिने किसे डरावनी शै नूं देखण सुनन करके मन अंदर भै आउणा। की आउणा? भै आउणा। हुण देखो भी आपां कोई डरावनी शै देखी तां या आपां डरावनी शै बारे सुनिया, मान लो आपां भूतां प्रेतां दीयां कहानियां सुन रहे हां, हुण आपां नूं दिने डर नहीं लगदा। यही कहानी जे रात नूं चले, हनेरा हुंदा, 4 सफेरे, आपां कहानी सुन रहे हां तो वो हनेरे दे करके, रात दा समां होण करके हुण दिने तां आपां नूं दूर दूर तक दिखदा कुछ नहीं आ रहा, अपने मन नूं हौसला रहिंदा है। ਜਦੋਂ ਆਪਾਂ ਰਾਤ ਨੂੰ ਭੂਤ ਪ੍ਰੇਤ ਵਾਲੇ ਨਾਟਕ ਇਹੋ ਜਿਹੇ ਘਟਨਾਵਾਂ ਵਾਲੇ ਨਾਟਕ ਦੇਖਦੇ ਹਾਂ ਜਾਂ ਆਪਾਂ ਕਵਿਤਾ ਕਹਾਣੀ ਪੜ੍ਹਦੇ ਹਾਂ
ਤਾਂ ਆਪਣੇ ਮਨ ਦੇ ਵਿੱਚ ਜਿਹੜਾ ਭੈ ਹੈ ਉਹ ਪ੍ਰਬਲ ਰੂਪ ਧਾਰਨ ਕਰਕੇ ਪੁਸ਼ਟ ਹੋ ਜਾਂਦਾ ਹੈ। ਤਾਂ ਜਦੋਂ ਕਿਸੇ ਡਰਾਉਣੀ ਸ਼ੈ ਨੂੰ ਦੇਖਣ ਸੁਣਨ ਕਰਕੇ ਮਨ ਅੰਦਰ ਜਦੋਂ ਮਨ ਅੰਦਰ ਭੈ ਆਉਂਦਾ ਹੈ, ਮਨ ਅੰਦਰ ਭੈ ਆਉਂਦਾ ਹੈ, ਜਾਂ ਉਸ ਸਮੇਂ ਜਿਹੜਾ ਭੈ ਹੈ ਉਹ ਪ੍ਰਬਲ ਰੂਪ ਧਾਰਨ ਕਰ ਲੈਂਦਾ ਹੈ। ਜਾਂ ਆਪਾਂ ਕਹਿੰਦੇ ਮਨ ਅੰਦਰ ਭੈ ਆਉਂਦਾ ਹੈ ਤੇ ਜਾਂ ਭੈ ਮਨ ਅੰਦਰ ਭੈ ਪ੍ਰਬਲ ਰੂਪ ਧਾਰਨ ਪ੍ਰਬਲ ਰੂਪ ਧਾਰਨ ਕਰ ਲੈਂਦਾ ਹੈ। ਕਦੋਂ? ਜਦੋਂ ਆਪਾਂ ਕੋਈ ਡਰਾਉਣੀ ਸ਼ੈ ਦੇ ਨੂੰ ਆਪਾਂ ਵੇਖੀਏ, ਮੰਨ ਲਓ ਆਪਣੇ ਕੋਈ ਅੱਖਾਂ ਦੇ ਸਾਹਮਣੇ ਦ੍ਰਿਸ਼ ਆ ਗਿਆ, ਤੇ ਨਾਟਕ ਹੈ, ਟੀਵੀ ਤੇ ਆਪਾਂ ਦ੍ਰਿਸ਼ ਵੇਖ ਲਿਆ, ਉਹਦੀ ਜਿਹੜੀ ਸ਼ੈ ਹੈ ਉਹ ਕਿਹੋ ਜਿਹੀ ਹੈ? ਡਰਾਉਣੀ ਹੈ, ਜਿਹਦੇ ਨਾਲ ਆਪਾਂ ਨੂੰ ਡਰ ਪੈਦਾ ਹੁੰਦਾ ਹੈ, ਭੈ ਪੈਦਾ ਹੁੰਦਾ ਹੈ। ਫਿਰ ਦੂਜੀ ਗੱਲ ਵੀ ਜਦੋਂ ਆਪਾਂ ਦੇਖਣ ਜਾਂ ਸੁਣਨ, ਆਪਾਂ ਮੰਨ ਲਓ ਕੋਈ ਕਵਿਤਾ, ਕੋਈ ਨਾਟਕ, ਕੁਝ ਵੀ ਹੈ ਜਿਹੜਾ ਕੋਈ ਕਾਵਿ ਪੜ੍ਹ ਰਹੇ ਹਾਂ, ਜਿਹੜਾ ਆਪਾਂ ਨੂੰ ਭਿਆਨਕ ਰਸ ਦਾ ਭਾਵ ਝਲਕਦਾ ਹੈ, ਤਾਂ ਜਦੋਂ ਉਹ ਸੁਣਦੇ ਆ ਤਾਂ ਮਨ ਅੰਦਰ ਜਿਹੜਾ ਆਪਣੇ ਮਨ ਦੇ ਅੰਦਰ ਜਿਹੜਾ ਭੈ ਹੈ ਉਹ ਪ੍ਰਬਲ ਰੂਪ ਧਾਰਨ ਕਰ ਲੈਂਦਾ ਹੈ। ਇੱਕ ਰੂਪ ਧਾਰਨ ਕਰਕੇ ਕਾਰਨ ਵੀ ਹੁਣ ਆਪਾਂ ਨੂੰ ਰਾਤ ਦਾ ਸਮੇਂ ਆਪਾਂ ਨੂੰ ਭੂਤ ਪ੍ਰੇਤ ਵਾਲੀ ਕਹਾਣੀ ਸੁਣਾਤੀ, ਉਸ ਤੋਂ ਬਾਅਦ ਆਪਾਂ ਨੂੰ ਕਿਹਾ ਜਾਵੇ ਵੀ ਤੂੰ ਹਨੇਰੇ ਜਾ ਕੇ ਆਹ ਚੀਜ਼ ਚੱਕ ਲਿਆ, ਤਾਂ ਬੱਚਿਆਂ ਦਾ ਹੌਸਲਾ ਨਹੀਂ ਪੈਂਦਾ, ਆਪਾਂ ਨੂੰ ਐਂ ਲੱਗਦਾ ਵੀ ਉੱਥੇ ਕੋਈ ਚੀਜ਼ ਨਾ ਹੋਵੇ। ਕਾਰਨ ਆਪਾਂ ਉਦੋਂ ਹੀ ਉਹ ਗੱਲ ਸੁਣੀ ਹੁੰਦੀ ਹੈ, ਉਹ ਸੁਣਨ ਕਰਕੇ ਆਪਣੇ ਉਸ ਚੀਜ਼ ਦਾ ਮਨ ਤੇ ਅਸਰ ਹੋਇਆ ਹੁੰਦਾ ਹੈ ਵੀ ਐਂ ਕਰਕੇ ਆ ਭੂਤ ਹੁੰਦੇ ਆ, ਜੋ ਵੀ ਜਿਸ ਤਰ੍ਹਾਂ ਦੇ ਭਿਆਨਕ ਦ੍ਰਿਸ਼ ਹੁੰਦੇ ਆ, ਆਪਾਂ ਉਹਨਾਂ ਦੇ ਬਾਰੇ ਚਰਚਾ ਕੀਤੀ ਹੁੰਦੀ ਹੈ। ਫਿਰ ਜਦੋਂ ਆਪਾਂ ਜਾਂਦੇ ਆ ਇਕੱਲੇ, ਹੁਣ ਆਪਾਂ ਨੂੰ ਕਹਦੇ ਵੀ ਸੁੰਨੇ ਰਾਹ ਤੇ ਰਾਤ ਨੂੰ ਇਕੱਲੇ ਜਾਣਾ ਹੈ, ਤਾਂ ਹਰ ਇੱਕ ਨਹੀਂ ਜਾ ਸਕਦਾ, ਕੁਝ ਜਾ ਵੀ ਸਕਦੇ ਆਪਾਂ, ਹਰ ਇੱਕ ਨਹੀਂ। ਹੁਣ ਉਦੋਂ ਜਿਹੜੇ ਮਨ ਦੇ ਵਿੱਚ ਜਿਹਦੇ ਭਾਵ ਪੈਦਾ ਹੋ ਗਿਆ ਪੈਦਾ, ਉਹ ਨਹੀਂ ਜਾ ਸਕਦਾ। ਤਾਂ ਜਦੋਂ ਕਿਸੇ ਡਰਾਉਣੀ ਸ਼ੈ ਨੂੰ ਦੇਖਣ ਸੁਣਨ ਕਰਕੇ ਮਨ ਅੰਦਰ ਭੈ ਪ੍ਰਬਲ ਰੂਪ ਧਾਰਨ ਕਰ ਲੈਂਦਾ ਹੈ, ਪ੍ਰਬਲ ਰੂਪ ਧਾਰਨ ਕਰਕੇ ਕਰ ਲੈਂਦਾ ਹੈ ਤੇ ਪੁਸ਼ਟ ਹੋ ਜਾਂਦਾ ਹੈ, ਭਾਵ ਆਪਣੇ ਮਨ ਦੇ ਵਿੱਚ ਉਹ ਆਪਣੀ ਥਾਂ ਬਣਾ ਲੈਂਦਾ, ਆਪਣਾ ਮਨ ਡਰ ਜਾਂਦਾ ਹੈ, ਭੈਭੀਤ ਹੋ ਜਾਂਦਾ ਹੈ। ਤਦੋਂ ਭਿਆਨਕ ਰਸ ਦਾ ਪ੍ਰਗਟਾਵਾ ਹੁੰਦਾ ਹੈ। ਕਿਹੜੇ ਰਸ ਦਾ ਪ੍ਰਗਟਾਵਾ ਹੁੰਦਾ ਹੈ? ਭਿਆਨਕ ਰਸ ਦਾ ਪ੍ਰਗਟਾਵਾ ਹੁੰਦਾ ਹੈ ਜਦੋਂ ਆਪਾਂ ਕੋਈ ਡਰਾਉਣੀ ਸ਼ੈ ਜਾਂ ਦੇਖਣ ਸੁਣਨ ਤੇ ਜਦੋਂ ਆਪਣੇ ਮਨ ਦੇ ਵਿੱਚ ਭੈ ਦਾ ਜਿਹੜਾ ਭਾਵ ਪੈਦਾ ਹੋ ਜਾਂਦਾ ਹੈ, ਤਦੋਂ ਭਿਆਨਕ ਰਸ ਦਾ ਪ੍ਰਗਟਾਵਾ ਹੁੰਦਾ ਹੈ। ਭਿਆਨਕ ਰਸ ਦਾ ਪ੍ਰਗਟਾਵਾ ਹੁੰਦਾ ਹੈ ਕਦੋਂ? ਜਦੋਂ ਆਪਣੇ ਮਨ ਦੇ ਵਿੱਚ ਭੈ ਪ੍ਰਬਲ ਰੂਪ ਧਾਰਨ ਕਰ ਲੈਂਦਾ ਹੈ। ਚਿੱਤ ਦੀ ਬੇਚੈਨੀ, ਹੁਣ ਆਪਣਾ ਚਿੱਤ ਭਾਵ ਮਨ, ਚਿੱਤ ਦੀ ਬੇਚੈਨੀ। ਹੁਣ ਚਿੱਤ ਕੀ ਹੁੰਦਾ? ਬੇਚੈਨ ਹੁੰਦਾ ਹੈ। ਕਦੋਂ? ਹੁਣ ਮੰਨ ਲਓ ਆਪਾਂ ਕੋਈ ਇਹੋ ਜਿਹਾ ਦ੍ਰਿਸ਼, ਇਹੋ ਜਿਹੀ ਜਿਹੜੀ ਡਰਾਉਣੀ ਸ਼ੈ ਦੇ ਬਾਰੇ ਗੱਲ ਕਰ ਲਈ ਜਾਂ ਸੁਣ ਲਈ, ਤਾਂ ਉਦੋਂ ਆਪਣਾ ਚਿੱਤ ਬੇਚੈਨ ਹੁੰਦਾ ਹੈ, ਭਾਵ ਆਪਣੇ ਮਨ ਦੇ ਵਿੱਚ ਉਹ ਜਿਹੜਾ ਭਾਵ ਹੈ ਭਿਆਨਕ ਰਸ ਦਾ ਉਹ ਬਣਨ ਲੱਗ ਜਾਂਦਾ ਹੈ, ਭਾਵ ਪੈਦਾ ਹੋਣ ਲੱਗ ਜਾਂਦਾ ਹੈ ਮਨ ਦੇ ਵਿੱਚ। ਚਿੱਤ ਦੀ ਬੇਚੈਨੀ ਅਤੇ ਵਿਆਕੁਲਤਾ ਦਾ ਪੈਦਾ ਹੋਣਾ, ਬੇਚੈਨੀ ਤੇ ਵਿਆਕੁਲਤਾ ਦਾ ਪੈਦਾ ਹੋਣਾ, ਵਿਆਕੁਲ ਹੋ ਜਾਂਦਾ ਹੈ, ਪੈਦਾ ਹੋਣਾ। ਚਿੱਤ ਦੀ ਬੇਚੈਨੀ, ਚਿੱਤ ਮਨ ਦੀ ਬੇਚੈਨੀ ਹੈ, ਚਿੱਤ ਦੇ ਵਿੱਚ ਵਿਆਕੁਲਤਾ ਦਾ ਪੈਦਾ ਹੋਣਾ, ਵਿਆਕੁਲਤਾ ਦਾ ਤੋਂ ਪੈਦਾ ਹੋਈ ਮਨ ਦੇ ਵਿੱਚ ਜਿਹੜੀ ਡਾਵਾਡੋਲ ਅਵਸਥਾ ਹੈ ਉਹ ਭੈ ਹੈ। ਹੁਣ ਤੁਹਾਨੂੰ ਪੁੱਛਿਆ ਜਾਵੇ ਭੈ ਕੀ ਹੈ? ਕਿ ਜਦੋਂ ਆਪਣੇ ਮਨ ਚਿੱਤ ਦੇ ਵਿੱਚ ਬੇਚੈਨੀ ਆ ਜੇ, ਵਿਆਕੁਲਤਾ ਤੋਂ ਜਦੋਂ ਮਨ ਦੇ ਵਿੱਚ ਜਿਹੜੀ ਡਾਵਾਡੋਲ ਅਵਸਥਾ ਹੋਊਗੀ, ਜਦੋਂ ਡਾਵਾਡੋਲ ਅਵਸਥਾ ਹੋਊਗੀ, ਆਪਾਂ ਸਥਿਰ ਨਹੀਂ, ਡਾਵਾਡੋਲ ਹੈ, ਉਦੋਂ ਕਿਸ ਭਾਵ ਦਾ ਪ੍ਰਗਟਾਵਾ ਹੁੰਦਾ ਹੈ? ਕਿਸ ਅਵਸਥਾ ਦਾ ਪ੍ਰਗਟਾਵਾ ਹੁੰਦਾ ਹੈ? ਭੈ ਦਾ। ਕਿਵੇਂ? ਹੁਣ ਮੰਨ ਲਓ ਜਿਵੇਂ ਆਪਾਂ ਗੱਲ ਕਰ ਰਹੇ ਸੀ ਵੀ ਕੋਈ ਡਰਾਉਣੀ ਸ਼ੈ ਦੇ ਬਾਰੇ ਆਪਾਂ ਗੱਲ ਕਰ ਰਹੇ, ਉਹ ਗੱਲ ਸੁਣ ਕੇ ਆਪਾਂ ਮੰਨ ਲਓ ਕਿਸੇ ਹਨੇਰੇ ਵਿੱਚ ਰਾਤ ਦੇ ਸਮੇਂ ਆਪਾਂ ਨੂੰ ਕਿਸੇ ਦੇ ਘਰੇ ਜਾਣਾ ਜਾਂ ਆਪਾਂ ਨੂੰ ਕਿੱਧਰ ਕੋਈ ਜ਼ਰੂਰੀ ਕੰਮ ਹੋ ਜੇ ਜਾਣਾ ਪੈ ਜੇ, ਤਾਂ ਆਪਣੇ ਮਨ ਦੇ ਵਿੱਚ ਬੇਚੈਨੀ ਤੇ ਵਿਆਕੁਲਤਾ ਰਹੂਗੀ, ਜਿਹਦੇ ਨਾਲ ਆਪਣੀ ਜਿਹੜੀ ਸਥਿਤੀ ਹੈ ਉਹ ਡਾਵਾਡੋਲ ਹੋ ਜਾਊਗੀ, ਆਪਾਂ ਸਥਿਰ ਨਹੀਂ ਹੋਵਾਂਗੇ, ਆਪਾਂ ਨੂੰ ਮਨ 'ਚ ਡਰ ਹੋਊਗਾ ਵੀ ਜਾਈਏ ਕਿ ਨਾ ਜਾਈਏ, ਕੀ ਪਤਾ ਅੱਗੇ ਟੱਕਰ ਨਾ ਜਾਵੇ। ਤਾਂ ਇਸ ਤਰ੍ਹਾਂ ਦੇ ਮਨ ਦੇ ਵਿੱਚ ਜਿਹੜੇ ਵਿਚਾਰ ਹੈ
ਖਿਆਲ ਹੈ ਉਹ ਪੈਦਾ ਹੋਣਗੇ ਕਿ ਕਦੋਂ, ਜਦੋਂ ਆਪਣੇ ਮਨ ਦੇ ਵਿੱਚ ਭਿਆਨਕ ਰਸ ਦਾ ਜਿਹੜਾ ਪ੍ਰਗਟਾਵਾ ਜਾਂ ਭੈ ਦਾ ਪ੍ਰਗਟਾਵਾ ਹੁੰਦਾ ਹੈ। ਚਿੱਤ ਵਿੱਚ ਬੇਚੈਨੀ ਤੇ ਵਿਆਕੁਲਤਾ ਤੋਂ ਪੈਦਾ ਹੋਈ ਮਨ ਦੀ ਡਾਵਾਡੋਲ ਅਵਸਥਾ ਹੀ ਭੈ ਹੈ। ਹੁਣ ਭੈ ਕੀ ਹੈ? ਮਨ ਦੇ ਵਿੱਚ, ਚਿੱਤ ਮਨ ਦੇ ਵਿੱਚ ਜਿਹੜੀ ਵਿਆਕੁਲਤਾ ਹੈ, ਬੇਚੈਨੀ ਹੈ, ਉਸ ਅਵਸਥਾ ਦੇ ਜਿਹੜਾ ਆਪਣਾ ਉਦੋਂ ਡਾਵਾਡੋਲ ਅਵਸਥਾ ਹੈ, ਆਪਣੇ ਜਿਹੜੀ ਅਵਸਥਾ ਕੀ ਹੁੰਦੀ ਡਾਵਾਡੋਲ, ਆਪਾਂ ਸਥਿਰ ਨਹੀਂ ਸੋਚਦੇ ਜਾਈਏ ਕਿ ਨਾ ਜਾਈਏ, ਆ ਕੰਮ ਕਰੀਏ ਕਿ ਨਾ ਕਰੀਏ, ਮੈਂ ਆ ਕੰਮ ਇੱਧਰ ਜਾਵਾਂ ਕਿ ਨਾ ਜਾਵਾਂ। ਹੁਣ ਆਪਾਂ ਸਥਿਰ ਨਹੀਂ ਗਏ, ਆਪਾਂ ਡਾਵਾਡੋਲ, ਆਪਣਾ ਮਨ ਡੋਲ ਰਿਹਾ, ਕਦੇ ਆ ਕਰਦਾ, ਕਦੇ ਹਾਂ, ਕਦੇ ਨਾ, ਕਦੇ ਜਾਣ ਨੂੰ ਵੀ ਆਪਾਂ ਹੁਣ ਹਨੇਰੇ ਜਾਈਏ, ਨਹੀਂ ਜਾਂਦੇ। ਹੁਣ ਉਹ ਡਾਵਾਡੋਲ ਅਵਸਥਾ ਦੇ ਵਿੱਚ ਜਿਹੜੀ ਸਥਿਤੀ ਪੈਦਾ ਹੁੰਦੀ ਹੈ ਉਹ ਹੈ ਭੈ। ਫਿਰ ਅੱਗੇ ਗੱਲ ਕਰਦੇ ਹਾਂ, ਜਦੋਂ ਹੁਣ ਇਹ ਭੈ ਦੀ ਸਥਿਤੀ ਹੋਰ ਕਿਹੜੇ ਰੂਪਾਂ 'ਚ ਪੈਦਾ ਹੁੰਦੀ ਹੈ? ਜਦੋਂ ਘੋਰ ਜੰਗਲ ਬਿਆਬਾਨ, ਹੁਣ ਮੰਨ ਲਓ ਘੋਰ ਜੰਗਲ ਹੈ, ਘੋਰ ਜੰਗਲ ਬਿਆਬਾਨ, ਹੁਣ ਜੋ ਬਹੁਤ ਘਣਾ ਜੰਗਲ ਹੈ ਉਹਦੇ ਵਿੱਚ ਦੀ ਆਪਾਂ ਨੂੰ ਇਕੱਲਿਆਂ ਨੂੰ ਜਾਣਾ ਹੈ, ਤਾਂ ਆਪਣੇ ਮਨ ਦੇ ਵਿੱਚ ਜਿਹੜੀ ਮਨ ਦੇ ਵਿੱਚ, ਚਿੱਤ ਦੇ ਵਿੱਚ ਬੇਚੈਨੀ ਤੇ ਵਿਆਕੁਲਤਾ ਦੀ ਸਥਿਤੀ ਰਹੂਗੀ। ਫਿਰ ਅਗਲੀ ਗੱਲ ਹੈ, ਪਹਿਲਾ ਸੀ ਜੰਗਲ, ਘੋਰ ਜੰਗਲ ਬਿਆਬਾਨ, ਸ਼ੇਰ, ਸੱਪ। ਹੁਣ ਮੰਨ ਲਓ ਆਪਾਂ ਜੰਗਲ ਵਿੱਚ ਜਾਵਾਂਗੇ, ਆਪਣੇ ਮਨ 'ਚ ਡਰ ਹੋਊਗਾ, ਹੁਣ ਆਪਾਂ ਇਕੱਲੇ ਜਾਈ ਜਾਂਦੇ ਆ, ਰਾਹ 'ਚ ਆਪਾਂ ਨੂੰ ਸ਼ੇਰ ਮਿਲ ਗਿਆ, ਸੱਪ। ਹੁਣ ਕਈ ਜੀਵ ਜੰਤੂ ਇਹ ਜਿਹੇ ਹੈ ਜਿਨ੍ਹਾਂ ਦੇ ਪ੍ਰਤੀ ਆਪਣੇ ਮਨ ਦੇ ਵਿੱਚ ਭੈ ਹੈ, ਆਪਣੇ ਮਨ ਦੇ ਵਿੱਚ ਡਰ ਹੈ। ਘੋਰ ਜੰਗਲ ਬਿਆਬਾਨ, ਸ਼ੇਰ, ਸੱਪ, ਭੂਤ ਪ੍ਰੇਤ, ਦੀ ਕਲਪਨਾ, ਭੂਤ ਪ੍ਰੇਤ ਦੀ ਕਲਪਨਾ। ਹੁਣ ਆਪਣੇ ਜਦੋਂ ਆਪਾਂ ਕੋਈ ਘੋਰ ਜੰਗਲ ਹੈ, ਬਿਆਬਾਨ ਹੈ, ਸੁਨਸਾਨ ਹੈ ਜੰਗਲ ਦੇ ਵਿੱਚ, ਤਾਂ ਆਪਾਂ ਨੇ ਮਨ 'ਚ ਵਿਚਾਰ ਆਪਣੇ ਆਪ ਪੈਦਾ ਹੁੰਦੇ ਆ ਵੀ ਇਹ ਮੈਨੂੰ ਸੱਪ ਨਾ ਕਿਤੇ ਅੱਗੇ ਮਿਲ ਜੇ, ਰਾਹ 'ਚ ਕਿਤੇ ਸ਼ੇਰ ਨਾ ਆ ਜੇ, ਕੋਈ ਭੂਤ ਪ੍ਰੇਤ ਦੀ ਜਿਹੜੀ ਇਸ ਤਰ੍ਹਾਂ ਦੀ ਨਾ ਆ ਜੇ, ਜਾਂ ਸ਼ਮਸ਼ਾਨ ਭੂਮੀ, ਹੁਣ ਆਪਾਂ ਦਿਨੇ ਸ਼ਮਸ਼ਾਨ ਭੂਮੀ 'ਚ ਤੁਰੇ ਫਿਰਾਂਗੇ, ਇਹੀ ਆਪਾਂ ਨੂੰ ਕਹਦੇ ਵੀ ਤੂੰ ਐਂ ਕਰ, ਰਾਤ ਨੂੰ ਸ਼ਮਸ਼ਾਨ ਭੂਮੀ ਜਾ ਵੜਿਆ, ਜਾਂ ਸ਼ਮਸ਼ਾਨ ਭੂਮੀ 'ਚ ਇਕੱਲਾ ਜਾ ਵੜਿਆ ਵੇਲੇ ਕਵੇਲੇ, ਤਾਂ ਆਪਣਾ ਮਨ ਦੇ ਵਿੱਚ ਕੀ ਆਊਗਾ? ਭੈ ਪੈਦਾ ਹੋਊਗਾ। ਇਹੋ ਜਿਹੀਆਂ ਸਥਿਤੀਆਂ, ਇਹੋ ਜਿਹੀਆਂ ਸਥਾਨਾਂ, ਜੀਵ ਜੰਤੂਆਂ ਦੇ ਬਾਰੇ, ਵਸਤੂਆਂ ਬਾਰੇ ਆਪਣੇ ਮਨ ਦੇ ਵਿੱਚ ਭੈ ਦਾ ਮਨ ਦੇ ਵਿੱਚ ਤੇ ਬੇਚੈਨੀ ਤੇ ਵਿਆਕੁਲਤਾ ਪੈਦਾ ਹੁੰਦੀ ਰਹਿੰਦੀ ਹੈ। ਫਿਰ ਹੈ ਜਿਵੇਂ ਸ਼ਮਸ਼ਾਨ ਭੂਮੀ, ਦੁਸ਼ਮਣ ਦਾ ਖਿਆਲ। ਹੁਣ ਮੰਨ ਲਓ ਆਪਣੀ ਕਿਸੇ ਨਾਲ ਦੁਸ਼ਮਣੀ ਹੈ, ਦੁਸ਼ਮਣ ਦਾ ਖਿਆਲ, ਦੁਸ਼ਮਣ ਦਾ ਖਿਆਲ ਕਿਵੇਂ ਹੈ? ਹੁਣ ਆਪਣੇ ਕਿਸੇ ਨਾਲ ਬੈਰ ਹੈ, ਹੁਣ ਜੇਕਰ ਆਪਾਂ ਇਕੱਲੇ ਜਾਵਾਂਗੇ ਤਾਂ ਆਪਣੇ ਮਨ ਦੇ ਵਿੱਚ ਇਹ ਡਰ ਰਹੂਗਾ ਵੀ ਕਿਤੇ ਮੈਨੂੰ ਮੇਰਾ ਦੁਸ਼ਮਣ ਰਾਹ 'ਚ ਘੇਰ ਕੇ ਨਾ ਖੜੇ। ਇਹਨਾਂ ਸਾਰਿਆਂ ਦੇ ਵਿੱਚ, ਇਹਨਾਂ ਸਾਰੀਆਂ ਸਥਿਤੀਆਂ ਦੇ ਵਿੱਚ ਭਿਆਨਕ ਰਸ ਦਾ, ਇਹ ਸਾਰੇ ਸਥਿਤੀਆਂ ਦਾ ਕਾਰਨ ਕੌਣ ਹੈ? ਭਿਆਨਕ ਰਸ ਦੇ ਕਾਰਨ ਹਨ। ਜਿਵੇਂ ਘੋਰ ਜੰਗਲ, ਬਿਆਬਾਨ, ਸੱਪ, ਸ਼ੇਰ, ਭੂਤ ਪ੍ਰੇਤ ਦੀ ਕਲਪਨਾ, ਸ਼ਮਸ਼ਾਨ ਭੂਮੀ, ਦੁਸ਼ਮਣ ਦਾ ਖਿਆਲ, ਇਹ ਸਾਰੇ ਜਿਹੜੇ ਆਪਾਂ ਕਲਪਨਾ ਕਰਦੇ ਹਾਂ, ਸਾਰਿਆਂ ਦੇ ਜੋ ਚੀਜ਼ਾਂ ਦਾ ਖਿਆਲ ਹੁੰਦਾ ਹੈ, ਇਹ ਕਿਸ ਦੇ ਕਾਰਨ ਹੁੰਦਾ ਹੈ? ਭਿਆਨਕ ਰਸ ਦੇ ਕਾਰਨ ਆਉਂਦਾ ਹੈ। ਕਿਸ ਰਸ ਕਾਰਨ ਆਉਂਦਾ ਹੈ? ਭਿਆਨਕ ਰਸ ਦੇ ਕਾਰਨ ਆਉਂਦਾ ਹੈ। ਇਹਨਾਂ ਕਾਰਨਾਂ ਕਰਕੇ ਹੀ ਭੈਭੀਤ ਬੰਦੇ ਨੂੰ, ਜਿਹੜੀ ਭੈਭੀਤ ਬੰਦਾ ਹੈ, ਉਹ ਉਸਨੂੰ ਕੰਬਣੀ। ਹੁਣ ਆਪਾਂ ਦੇਖਦੇ ਹਾਂ ਜੋ ਡਰਿਆ ਬੰਦੇ ਦੀ, ਜਿਹੜੇ ਬੰਦਾ ਡਰਿਆ ਹੋਵੇ, ਕੋਈ ਵੀ ਇਨਸਾਨ ਡਰਿਆ ਹੁੰਦਾ, ਉਹਦੀ ਸਥਿਤੀ ਕੰਬਣੀ ਵੀ ਉਹਨੂੰ ਛੁੱਟ ਸਕਦੀ ਹੈ, ਮੁੜਕਾ ਵੀ ਆ ਸਕਦਾ ਹੈ, ਰੰਗੋਂ ਬੇਰੰਗ ਵੀ ਹੁੰਦਾ ਹੈ, ਰੋਣਾ, ਸ਼ੋਰ ਮਚਾਉਣਾ ਆਦਿ ਜਿਹੜੇ ਕਾਰਜ ਹੈ ਪ੍ਰਭਾਵਿਤ ਕਰਦੇ ਹਨ। ਮੰਨ ਲਓ ਜਦੋਂ ਬੰਦਾ ਡਰਿਆ ਹੈ, ਹੁਣ ਘੋਰ ਜੰਗਲ ਬਿਆਬਾਨ ਵਿੱਚ ਵੀ ਜਾ ਰਿਹਾ ਹੈ, ਉਹਦੇ ਅੱਗੇ ਸਾਹਮਣੇ ਇੱਕਦਮ ਸ਼ੇਰ ਆ ਜਾਏ, ਉਹ ਡਰੂਗਾ ਵੀ, ਉਹਨੂੰ ਮੁੜਕਾ ਵੀ ਆਊਗਾ, ਉਹਦੇ ਜੋ ਜਿੰਨਾ ਆਪਦਾ ਯਤਨ ਹੋਊਗਾ ਉਹ ਪ੍ਰਯਾਸ ਕਰੂਗਾ, ਸ਼ੋਰ ਮਚਾਉਣ ਦਾ ਵੀ ਕੰਮ, ਸ਼ੋਰ ਵੀ ਮਚਾਊਗਾ, ਮੈਨੂੰ ਬਚਾਓ ਬਚਾਓ, ਸ਼ੋਰ ਮਚਾਉਂਦਾ ਹੈ, ਡਰ ਵੀ ਹੁੰਦਾ ਹੈ,
ਭੈ ਵੀ ਹੁੰਦਾ ਹੈ। ਜਦੋਂ ਆਪਣਾ ਮਨ ਡਰਿਆ ਹੋਊਗਾ, ਭੈਭੀਤ ਹੋਊਗਾ ਤਾਂ ਆਪਾਂ ਨੂੰ ਮੁੜਕਾ ਵੀ ਆਊਗਾ, ਮੁੜਕਾ ਭਾਵ ਪਸੀਨਾ ਆਊਗਾ। ਜਦੋਂ ਆਪਣੀ ਜਿਹੜੀ ਸਥਿਤੀ ਹੈ ਉਹ ਕਿਹੜੀ ਹੋਊਗੀ, ਭਿਆਨਕ ਰਸ ਦੇ ਵਿੱਚ ਭਾਵ ਭੈ ਡਰ ਦੀ ਸਥਿਤੀ ਹੋਊਗੀ। ਤਾਂ ਜਦੋਂ ਇਸ ਤਰ੍ਹਾਂ ਦੀਆਂ ਅਵਸਥਾਵਾਂ ਦਾ ਖਿਆਲ ਆਉਂਦਾ ਹੈ ਤਾਂ ਆਪਣੇ ਮਨ ਦੇ ਵਿੱਚ ਜਿਹੜਾ ਜਿਸ ਤੇ ਆ ਸਥਿਤੀਆਂ ਆਉਂਦੀਆਂ ਹੈ ਜਾਂ ਜੋ ਆ ਸਥਿਤੀਆਂ ਤੋਂ ਪ੍ਰਭਾਵਿਤ ਹੁੰਦਾ ਹੈ, ਉਹ ਵਿਅਕਤੀ ਦੀ ਜੇ ਆਪਾਂ ਦੇਖੀਏ ਤਾਂ ਉਹਦੇ ਮਨ ਦੇ ਵਿੱਚ ਡਰ, ਭੈ, ਬੇਚੈਨੀ, ਕੰਬਣੀ ਛੁੱਟਣੀ, ਮੁੜਕਾ ਆਉਣਾ, ਰੰਗੋਂ ਬੇਰੰਗ ਭਾਵ ਉਹਦਾ ਮੂੰਹ ਦਾ ਰੰਗ ਉੱਡ ਜਾਂਦਾ। ਹੁਣ ਆਪਾਂ ਦੇਖਦੇ ਹਾਂ ਵੀ ਮੰਨ ਲਓ ਕੋਈ ਇਨਸਾਨ ਡਰਿਆ ਹੋਇਆ, ਕੋਈ ਘਟਨਾ ਹੋਈ ਉਹਦੇ ਨਾਲ, ਉਹਦਾ ਜਿਹੜਾ ਚਿਹਰੇ ਦਾ ਰੰਗ ਹੈ, ਉਹਦੀ ਜਿਹੜਾ ਚਿਹਰਾ ਹੈ ਉਹ ਰੰਗੋਂ ਬੇਰੰਗ ਹੁੰਦਾ। ਆਪਾਂ ਨੂੰ ਵੇਖਣ ਸਾਰ ਦੱਸ ਦਿੰਦੇ ਆ ਵੀ ਕੀ ਗੱਲ ਹੈ, ਤੇਰਾ ਮੂੰਹ ਦਾ ਰੰਗ ਕਿਉਂ ਉੱਡਿਆ ਹੈ। ਕਾਰਨ ਉਹਦਾ ਜਿਹੜਾ ਮੂੰਹ ਦਾ ਰੰਗ ਉੱਡਣ ਦਾ ਇਹ ਨਹੀਂ ਵੀ ਉਹ ਪਹਿਲਾਂ ਚਿੱਟਾ ਸੀ ਹੁਣ ਕਾਲਾ, ਉਹ ਨਹੀਂ, ਉਹ ਚਿਹਰੇ ਦਾ ਹਾਵ ਭਾਵ ਹੁੰਦਾ ਹੈ ਜਿਹੜੇ ਆਪਾਂ ਨੂੰ ਉਹ ਤੋਂ ਮਹਿਸੂਸ ਕਰ ਸਕਦੇ ਹਾਂ ਕਿ ਇਹਦੇ ਨਾਲ ਕੁਝ ਘਟਨਾ ਬੀਤੀ ਹੈ, ਠੀਕ ਨਹੀਂ, ਜਾਂ ਕੋਈ ਕਾਰਨ ਹੋਇਆ ਹੈ ਜਿਹਦੇ ਨਾਲ ਇਹ ਉਦਾਸ ਹੈ, ਬੇਚੈਨੀ ਹੈ। ਰੰਗੋਂ ਬੇਰੰਗ ਹੋਣ ਦਾ ਭਾਵ ਹੈ ਵੀ ਜਿਹੜਾ ਉਹਦਾ ਚਿਹਰਾ ਹੈ, ਚਿਹਰਾ ਆਪਾਂ ਵੇਖ ਸਾਰ ਆਪਾਂ ਦੱਸ ਸਕਦੇ ਹਾਂ ਵੀ ਤੇਰੇ ਨਾਲ ਕੀ ਗੱਲ ਹੋਈ ਹੈ, ਤੇਰਾ ਮੂੰਹ ਆਈ ਕਿਵੇਂ, ਉਤਰਿਆ ਕਿਵੇਂ, ਜਿਵੇਂ ਆਪਾਂ ਕਹਿੰਦੇ ਤੇਰਾ ਮੂੰਹ ਉਤਰਿਆ ਕਿਵੇਂ ਹੈ, ਤੂੰ ਉਦਾਸ ਕਿਵੇਂ ਹੈ, ਤੂੰ ਡਰਿਆ ਹੋਇਆ ਕਿਵੇਂ ਹੈ। ਤਾਂ ਰੰਗੋਂ ਬੇਰੰਗ ਹੋਣਾ। ਫਿਰ ਆਉਂਦਾ ਹੈ ਰੋਣਾ, ਸ਼ੋਰ ਮਚਾਉਣਾ। ਇਹ ਜੇ ਸਾਰੀਆਂ ਜਿਹੜੀਆਂ ਗੱਲਾਂ ਹੈ ਇਹ ਜਿਹੜੀ ਭਿਆਨਕ ਰਸ ਦੇ ਵਿੱਚ ਹੀ ਉਸ ਨਾਲ ਹੀ ਪ੍ਰਭਾਵਿਤ ਹੁੰਦੀਆਂ ਹਨ। ਸਾਹਿਤ ਰਚਨਾਵਾਂ ਵਿੱਚੋਂ ਜਦੋਂ ਇਹੋ ਜਿਹੀ ਸਮੱਗਰੀ ਸਰੋਤਿਆਂ ਤੇ ਦਰਸ਼ਕਾਂ ਅੱਗੇ ਰੱਖੀ ਜਾਂਦੀ ਹੈ ਤਾਂ ਉਸ ਸਮੇਂ ਡਰਾਉਣੇ ਵਾਯੂਮੰਡਲ ਦਾ ਅਹਿਸਾਸ ਕੀਤਾ ਜਾ ਸਕਦਾ ਹੈ ਤੇ ਮਨ ਦੇ ਵਿੱਚ, ਚਿੱਤ ਦੇ ਵਿੱਚ ਭਿਆਨਕ ਰਸ ਦਾ ਪ੍ਰਗਟਾਵਾ ਹੁੰਦਾ ਹੈ। ਹੁਣ ਆਪਾਂ ਦੇਖਦੇ ਹਾਂ ਸਾਹਿਤ ਰੂਪ, ਆਪਣੇ ਸਾਹਿਤ ਦੇ ਰੂਪ ਦੇ ਜਿਵੇਂ ਕਵਿਤਾ, ਨਾਟਕ ਜਾਂ ਨਿੱਕੀ ਕਹਾਣੀ, ਕੋਈ ਵੀ ਇਹੋ ਜਿਹਾ ਆਪਣਾ ਰੂਪ ਹੈ, ਉਹਨਾਂ ਦੇ ਵੀ ਆਪਾਂ ਕਵਿਤਾ ਲਿਖ ਰਹੇ ਹਾਂ ਵੀ ਜ਼ਰੂਰੀ ਤਾਂ ਨਹੀਂ ਵੀ ਉਹ ਹਾਸਪ੍ਰਦ ਹੋਣ ਜਾਂ ਸ਼ਿੰਗਾਰ ਨਾ ਹੋਣ ਜਾਂ ਵੀਰ ਰਸ ਨਾਲ, ਕਿਸੇ ਵੀ ਭਾਵ ਤੇ ਜੇ ਆਪਾਂ ਗੱਲ ਕੀਤੀ ਸੀ ਵੀ ਕੋਈ ਵੀ ਜਿਹੜਾ ਸਾਹਿਤ ਦਾ ਰੂਪ ਹੁੰਦਾ ਹੈ, ਕੋਈ ਵੀ ਇਤਿਹਾਸਕਾਰ ਹੈ, ਸਾਹਿਤਕਾਰ ਹੈ, ਉਹ ਜਿਸ ਘਟਨਾ ਤੋਂ, ਜਿਸ ਗੱਲ ਤੋਂ ਉਹ ਪ੍ਰੇਰਿਤ ਹੋਇਆ ਹੁੰਦਾ ਹੈ ਜਾਂ ਜਿਸ ਕੋਈ ਵੀ ਘਟਨਾ ਤੋਂ ਉਹਦੇ ਨਾਲ ਘਟਨਾ ਘਟੀ ਹੋਵੇ ਜਾਂ ਘਟਨਾ ਤੋਂ ਪ੍ਰੇਰਿਤ ਹੋਇਆ ਹੋਵੇ ਜਾਂ ਕੋਈ ਇਹੋ ਜਿਹੀ ਘਟਨਾ ਜੋ ਦੂਜਿਆਂ ਨੂੰ ਜਾਗਰੂਕ ਜਾਂ ਸਮਝਾਉਣਾ ਚਾਹੁੰਦਾ ਹੋਵੇ, ਤਾਂ ਕਿਸੇ ਵੀ ਵਿਸ਼ੇ ਨੂੰ ਲੈ ਕੇ ਉਹ ਆਪਣਾ ਜਿਹੜਾ ਸਾਹਿਤ ਦਾ ਰੂਪ ਵਿੱਚ ਲਿਖ ਸਕਦਾ ਹੈ। ਉਹ ਸਾਹਿਤਕਾਰ ਤੇ ਨਿਰਭਰ ਹੈ, ਉਹ ਹਾਸਪ੍ਰਦ ਲਿਖਦਾ ਹੈ, ਉਹ ਕਰੁਣਾ ਦੇ ਆਧਾਰ ਤੇ ਲਿਖਦਾ ਹੈ, ਉਹ ਵੀਰ ਰਸ ਦੇ ਆਧਾਰ ਤੇ ਲਿਖਦਾ ਹੈ, ਉਹ ਭਿਆਨਕ ਰਸ ਦੇ ਭਾਵ ਤੇ ਲਿਖਦਾ ਹੈ ਜਾਂ ਬਿਭਤਸ ਰਸ ਤੇ ਲਿਖਦਾ ਹੈ, ਜਾਂ ਜਿਹੜਾ ਆਪਣਾ ਅਦਭੁਤ ਰਸ ਦੀ ਗੱਲ ਕਰਦਾ ਹੈ ਜਾਂ ਸ਼ਾਂਤ ਰਸ ਦੀ। ਉਹ ਉਹਦੇ ਉੱਤੇ ਡਿਪੈਂਡ ਕਰਦਾ ਹੈ ਸਾਹਿਤਕਾਰ ਦੇ ਵੀ ਉਹ ਕਿਸ ਤਰ੍ਹਾਂ ਦੇ ਵਿਸ਼ੇ ਤੋਂ ਪ੍ਰਭਾਵਿਤ ਹੈ। ਉਹ ਉਸ ਵਿਸ਼ੇ ਨਾਲ ਸੰਬੰਧਿਤ ਹੀ ਜਿਹੜੀ ਚਰਚਾ ਕਰੂਗਾ, ਉਸ ਵਿਸ਼ੇ ਨੂੰ ਹੀ ਆਪਣੇ ਸਾਹਿਤ ਦਾ ਰੂਪ ਬਣਾਉਂਦਾ ਹੈ। ਤਾਂ ਆਪਾਂ ਦੇਖਦੇ ਹਾਂ ਕੁਝ ਕਵਿਤਾਵਾਂ ਜਿਹੜੀਆਂ ਹੁੰਦੀਆਂ ਜੋ ਜਿਨ੍ਹਾਂ ਨੂੰ ਆਪਾਂ ਪੜ੍ਹਨ ਤੇ ਆਪਣੇ ਮਤਲਬ ਆਪਾਂ ਪੜ੍ਹੀ ਜਾ ਰਹੇ ਹਾਂ ਤੇ ਆਪਣੇ ਆਲੇ ਵਾਯੂਮੰਡਲ ਦਾ ਭਾਵ ਆਪਾਂ ਨੂੰ ਆਲੇ ਦੁਆਲੇ ਚੀਜ਼ਾਂ ਮਹਿਸੂਸ ਹੋਣ ਲੱਗ ਜਾਂਦੀਆਂ ਹੈ ਵੀ ਯਾਰ ਵਾਸਤਵ ਕਿਤੇ ਪੈ, ਜਿਹੜਾ ਮੰਨ ਲਓ ਹੁਣ ਭੂਤ ਪ੍ਰੇਤ ਦੀ ਆਪਣੀ ਕੋਈ ਕਲਪਨਾ ਦੀ ਕਹਾਣੀ ਹੈ, ਆਪਾਂ ਪੜ੍ਹੀ ਜਾਂਦੇ ਹਾਂ, ਪੜ੍ਹਦੇ ਆਪਾਂ ਪੂਰੀ ਰੁਚੀ ਨਾਲ ਪੜ੍ਹ ਰਹੇ ਹਾਂ ਤੇ ਆਪਣੇ ਮਨ ਦੇ ਵਿੱਚ ਉਹ ਆਪਣੇ ਆਪ ਭਾਵ ਪੈਦਾ ਹੋ ਜਾਊਗਾ ਭਿਆਨਕ ਰਸ ਦਾ ਵੀ ਕਿਤੇ ਮੇਰੇ ਕੋਲ ਇੱਥੇ ਭੂਤ ਨਾ ਖੜਾ ਹੋਵੇ। ਤੋਂ ਜਿਹੜਾ ਇਸ ਦਾ ਭਾਵ ਹੈ, ਇਸ ਤਰ੍ਹਾਂ ਦੇ ਭਾਵ ਮਨ ਦੇ ਵਿੱਚ ਜਦੋਂ ਚਿੱਤ ਦੇ ਵਿੱਚ ਬੇਚੈਨੀ ਆਉਣੀ, ਵਿਆਕੁਲਤਾ ਆਉਣੀ, ਇਸ ਤਰ੍ਹਾਂ ਦੇ ਭਾਵ ਆਉਂਦੇ ਹੈ ਤਾਂ ਇਹੋ ਜਿਹੀ ਅਵਸਥਾ ਦੇ ਵਿੱਚ ਭੈ ਹੁੰਦਾ ਹੈ, ਭਾਵ ਭਿਆਨਕ ਰਸ ਦਾ ਪ੍ਰਗਟਾਵਾ ਹੁੰਦਾ ਹੈ। ਫਿਰ ਆਪਾਂ ਦੇਖਿਆ ਵੀ ਭਿਆਨਕ ਰਸ ਆਪਾਂ ਨੂੰ ਕਿਵੇਂ ਮਹਿਸੂਸ, ਕਿੰਨਾ ਕਥਨਾਂ ਰਾਹੀਂ, ਕਿੰਨਾ ਸ਼ਬਦਾਂ ਰਾਹੀਂ। ਹੁਣ ਆਪਣੀ ਕਲਪਨਾ ਦੇ ਵਿੱਚ ਆਪਾਂ ਕਰੀਏ, ਤੁਸੀਂ ਘੋਰ ਜੰਗਲ ਦੇ ਵਿੱਚ ਜਾ ਰਹੇ ਹੋ, ਰਾਤ ਦਾ ਸਮਾਂ ਹੈ, ਤਾਂ ਜੋ ਆਪਾਂ ਇਸ ਤਰ੍ਹਾਂ ਗੱਲ ਕਰਾਂ ਤਾਂ ਆਪਾਂ ਨੂੰ ਗੱਲ ਸੁਣ ਕੇ ਹੀ ਮੰਨ ਲਓ ਡਰ ਲੱਗਦਾ ਵੀ ਯਾਰ ਕਿਵੇਂ ਜਾਣਾ, ਬਹੁਤ ਔਖਾ ਹੈ ਵੀ ਮੈਂ ਤਾਂ ਉੱਥੇ ਨਹੀਂ ਜਾ ਸਕਦਾ, ਆਪਣੀ ਮਨ ਦੀ ਕਲਪਨਾ ਹੁੰਦੀ ਹੈ। ਫਿਰ ਆਪਾਂ ਕਹਿ ਦਈਏ ਸ਼ਮਸ਼ਾਨ ਭੂਮੀ ਵਿੱਚ ਦੀ ਜਾਣਾ ਹੈ ਤੁਸੀਂ, ਹੁਣ ਆਪਾਂ ਦੇਖਦੇ ਹਾਂ ਉਹ ਆਪਾਂ ਤੁਰੇ ਫਿਰਦੇ ਕੋਈ ਦਿੱਕਤ ਨਹੀਂ, ਪਰ ਆਪਾਂ ਨੂੰ ਕੋਈ ਸੋਚ ਵਿਚਾਰ ਕਹਦੇ ਵੀ ਹਾਂ ਤੂੰ ਹੁਣ ਜਾ, ਤਾਂ ਆਪਣੇ ਮਨ ਦੇ ਵਿੱਚ ਕੀ ਆ ਜਾਂਦਾ ਹੈ, ਭੈ ਆ ਜਾਂਦਾ ਹੈ। ਜਦੋਂ ਆਪਣਾ ਮਨ ਕੀ ਹੋ ਜੇ, ਬੇਚੈਨ ਹੋ ਜੇ, ਵਿਆਕੁਲ ਹੋ ਜੇ, ਉਹੋ ਜਿਹੀ ਸਥਿਤੀ ਦੇ ਵਿੱਚ ਭਿਆਨਕ ਰਸ ਦਾ ਪ੍ਰਗਟਾਵਾ ਹੁੰਦਾ ਹੈ। ਭਿਆਨਕ ਰਸ ਦੇ ਵਿੱਚ ਜਿਹੜਾ ਬੰਦੇ ਦੀ ਸਥਿਤੀ ਦੀ ਆਪਾਂ ਗੱਲ ਕੀਤੀ ਵੀ ਆਪਾਂ ਨੂੰ ਕਿਵੇਂ ਪਤਾ ਲੱਗੂਗਾ ਵੀ ਇਹ ਤੇ ਭਿਆਨਕ ਰਸ ਦਾ ਪ੍ਰਭਾਵ ਹੈ, ਉਹਨੂੰ ਮੁੜਕਾ ਆਊਗਾ, ਉਹਨੂੰ ਕੰਬਣੀ ਵਿੱਚ ਕੰਬਣੀ ਭਾਵ ਕੰਬਦਾ ਹੈ, ਜਿਵੇਂ ਕੰਬੀ ਛੁੱਟਦੇ, ਡਰ ਦਾ ਭਾਵ ਸਰੀਰ ਉਹਦਾ ਕੰਬਣ ਲੱਗ ਜਾਂਦਾ ਡਰ ਦੇ ਨਾਲ, ਮੁੜਕਾ ਆਉਂਦਾ ਹੈ, ਰੰਗੋਂ ਬੇਰੰਗ ਹੋ ਜਾਂਦਾ ਹੈ, ਰੋਣਾ, ਸ਼ੋਰ ਮਚਾਉਣਾ, ਜੋ ਵੀ ਉਹਨੂੰ ਜਿਵੇਂ ਵੀ ਲੱਗਦਾ ਹੈ ਮੈਂ ਬਚ ਸਕਾਂ ਉਹ ਸਾਰੇ ਕਿਰਿਆ ਕਰਦਾ ਹੈ
कोई भी है। उस समय जिहड़ा कारज प्रभावशील हुंदा है वो हुंदा है भयानक रस। किहड़ा रस हुंदा है? भयानक रस। ते भयानक रस दी वरतों साहित्यकार जदों अपनी साहित्य विच करदा है वो ਸਰੋਤਿਆਂ दर्शकों ते पाठकों अगे पेश करता है। तो उस समय जिहड़ा वायुमंडल है उस समय दा उहदे चारों पासे दा वातावरण है उदों उहदे मन दे विच चित्त दे भै दे विच जिहड़ा भयानक रस दा प्रगटावा हो जाता है। जिवें आपां उदाहरण लैने हाँ, वड्डी पहाड़ जही ओ आफत, वड्डी पहाड़ जिही ओ आफत, वड्डी पहाड़ जही ओ आफत शकल डरावण वाली, शकल डरावण वाली, वड्डी पहाड़ जही ओ आफत शकल डरावण वाली, जां ओ आण इकट्ठी हुई, जां ओ आण इकट्ठी हुई, जां ओ आण इकट्ठी हुई, रात हनेरी काली हुई, रात हनेरी काली। फिर उसदे दो सिंह, फिर उसदे दो सिंह उतां, फिर उसदे दो सिंह उतां, सिर उसदे दो सिंह उतां, वांग दरखत खजूरा, उतां वांग दरखत खजूरा, वांग दरखत खजूरा, कोल्लू जिड्डियां मूंह, कोल्लू जिड्डियां मूंह, कोल्लू जिड्डियां मूंह, ते उत्ते नासां वांग तंदूरां, ते उत्ते नासां वांग तंदूरां, नासां वांग तंदूरां। तां जदों इस तरह की जिवें आपां एक उदाहरण लेता है, वड्डी पहाड़ जई ओ आफत शकल डरावण वाली, जां ओ आण इकट्ठी हुई, रात हनेरी काली, सिर उसदे दो सिंह उतां, वांग दरखत खजूरां, कोल्लू जिड्डियां मूंह अते नासां वांग तंदूरां। कोल्लू जिड्डियां नासां मूंह, कोल्लू जिड्डा मूंह अते उत्ते नासां वांग तंदूरां। तां जिवें इहदे विच की दस्सिया, किसी एक डरावनी शक्ल वाले की गल की गई है कि उहदा जिहड़ी शक्ल है वो इस तरह लगता है, जिवें जदों आया वो ऐं लगता है जिवें आफत आ गई, कोई मुसीबत आ गई, जिवें रात हनेरी काली आ गई। उहदे सिर दे उत्ते दो सिंह आए हैं, जिवें खजूर दे दरखत होण एडे एडे उहदे सिंह है। उहदा मूँह कोल्लू जिड्डा है। कोल्लू हुंदा है जिस च आपां सरों का तेल कढ़ते हाँ। तेल कढ़न वास्ते जो एक प्रयोग किया जाने वाला है उस यंत्र है, उन्होंने आपां की कहने हैं, कोल्लू हुंदा है, जिहदे राही सरों चों तेल कढ़िया जाता है। उहदा मूँह कोल्लू जिड्डा है। तनूरा हुंदा है, उहदे जिहड़े नासां है वो तनूरा वांग है। ये अपना जिहड़ा सीगा 6वां भयानक रस सी, जिहदा स्थाई भाव सी भै ते डर, जिहदा स्थाई भाव सी भै ते डर सीगा, जिसनूं भै ते डर जो आपां कविता दे विच जो साहित्यकार है अपने साहित्य दे विच जिहड़ी इहो जिहा वातावरण भयानक रस दे राही भै रस पैदा करना चाहुंदा है,
तो भयानक रस के राही ही कर सकता है। हुण आपां अगे गल करते हाँ। 7वां बिंदु है अपना विबतस। विबतस, विबतस रस। विबतस रस है जी अपना, जिदा स्थाई भाव है सूग ते घृणा। विबतस रस दा स्थाई भाव सूग ते घृणा। जो आपां नूं की आवे, सूग आवे या आपां नूं की आवे, घृणा आवे। कदों? हुण मान लो आपां कोई जी इहो जी गल करिए जिहदे नाल अपने मन दे विच, अपने मन दे विचार दे विच सूग आ जाए। किवें आऊगी? हुण आपां मैं गल करां मृतक दी, किसी आपां लाश, मृतक हुंदा मरे हुए लाश की गल करिए, जदों कोई एक्सीडेंट होया होवे, आपां उहदी कोई तस्वीर देखी या उस नाल संबंधित गल करिए तां अपने मन दे विच घृणा आंदी, आपां नूं वेख नहीं सकदे। जां फिर चर्बी, चर्बी का भाव होंदा मांस का टुकड़ा। हुण जो कोई अपने सामने कोई जीव जंतु किसी भी तरह का कोई उन्हें मांस का टुकड़ा आ जाता है तो अपने मन च की होंदी है? सूग होंदी है, घृणा होंदी है। जां फिर कोई सड़ांद, हवाड़, हड्डा रोड़ी, मल मूत्र या इस तरह दी घिनौणियां जो भी वस्तुआं है जिहदे नाल मन दे विच की आवे, भै, मन दे विच घृणा या सूग आवे, की आवे? घृणा या सूग आवे, तो उदों किहड़े रस का प्रगटावा होंदा है? विबतस रस का प्रगटावा होंदा है। तां आपां लिखांगे भी एक तां मृतक, मृतक लोथ, एक तां आपां लिखांगे मृतक लोथ। मृतक लोथ हुंदा है मरिया होया, मृतक मरिया होया, लोथ भाव शरीर, जिस शरीर दे विच जान नहीं, मरिया होया शरीर। मृतक लोथ, चर्बी, चर्बी, सड़ांद, मल मूत्र, मल मूत्र, हवाड़, मृतक लोथ, चर्बी, सड़ांद, हवाड़, मल मूत्र, हड्डा रोड़ी, घिनौणियां वस्तां। हुण जो आप महज शब्द लै रहे हैं तो अपने कई बच्चों के शब्द सुनते मन के विच आ जिहड़ा अपना विबतस रस भाव घृणा सूग का भाव होंदा है। तां हुण जो अपने सामने तस्वीरां कोई चीज़ां अपने सामने हो तो अपने मन के विच अपने आप किसी के कहण ते तां नहीं आउंदी ना। जो आपां कोई मृतक लोथ है, चाहे जीव जंतु, किसी की भी आपां लोथ, जीव जंतु मरिया पिया किते सड़क ते, आपां जदों दे कोल दे लंघदे ते अपने मन दे विच जिहड़ी सूग की भावना आ जाती है। आपां नूं अपने आप सूग, अपना मन है नूं महसूस करदा है ते सूग की भावना पैदा करदा है। जां आपां गल कर कोई सड़ांद, कोई चीज जीव जंतु मरिया पिया बहुत दिन हो गए तो जिहड़ी सड़ांद भाव उहदी बदबू, उहदा जिहड़ी गंदी स्मैल, सड़ांद सड़दा है भाव आपां नूं सूंघ नहीं सकते, तो अपना जो अपना नक तक पहुंचती है तो अपने मन के विच जिहड़ी सूग की भावना, सूग का भाव पैदा हो जाता है। सूग कह लो, घृणा कह लो। जां कोई हवाड़ है, हवाड़ भी जिवें कोई गंदी वाशना है, गंदी स्मैल है जिन्होंने आपां सूंघ नहीं सकते। हड्डा रोड़ी है, ये सारे शब्द है, इन्हां दा आपां जदों कोई वरतों करते हाँ, इन्हां नाल संबंधित आपां जदों कोई गल करते हाँ तो मन दे विच जिहड़ी घृणा ते सूग का जिहड़ा भाव है वो पैदा हो जाता है। भी इह जिहियां घिनौना वस्तुआं अते घृणाजनक कुकर्मां तो पाठकां दे हिरदे विच जिहड़ी गिलानी पैदा हुंदी है उसनूं ही घृणा, उदों ही घृणा जिहड़ा भाव है वो उभर के आउंदा है। कदों? जदों इस तरह की कोई अपनी स्थिति, इस तरह की घटना जदों अपने सामने आउंदी है तां आपां अपने मन दे विच उस प्रति गिलानी दा जिहड़ा भाव है पैदा होके भाव उभर के सामने आउंदा है, अपने आप अपने मन चों प्रकट हुंदा है, आपां नूं महसूस भी हुंदा है, जिहड़ा अपना प्रभाव हुंदा है। फिर आपां गल करिए घृणा सिर्फ शरीरक ते भौतिक नहीं। हुण आपां घृणा की गल करिए भी इकल्ली शरीरक जां भौतिक
ही नहीं, भी आप कह लिए इकल्ले शरीर ना या भौतिक अपना जो वातावरण है उस नाल संबंधित नहीं, ये मानसिक भी है। ये किहड़ी है? मानसिक। मानसिक किहड़ी घृणा की गल है, भी कला आप इसका संबंध आए नहीं कह सकते भी ये जिहड़ी घृणा है ये शरीरक ही है, ये शरीरक ही है, भाव ये जिहड़ी भौतिक नहीं गी, शरीरक भौतिक दे नाल नाल मानसिक भी है। मनुख दे ये मस्तिष्क ते पूरा असर पाउंदी है, मनुख दे दिमाग दे विच ये गल जच जाती है, बैठ जाती है घृणा संबंधी। शरीर नालों जिहड़ी मानसिक घृणा हुंदी है वो वधेरे प्रबल हुंदी है। हुण अपना जिहड़ा शरीर है, मान लो किसी सड़क के किनारे कोई जीव जंतु मरिया पिया, अपना जिहड़ा शरीर भाव अपने शरीर के जिहड़े अंग है जो सूंघण का काम करते हैं, नासा नक दे राही आपां जदों कोई चंगी समैल या माड़ी गंदी जिहो जी समैल वो आपां नूं नक है जिहड़ा अपना परख कराउंदा है, तां अपना जिहड़ा शरीरक अंग है नक, उहदे नाल आपां जदों जीव दे कोल दी लंघे आपां नूं मुश्क आया, आपां आपदा नक ढक लिया, ठीक है। जिवें आपां अगे उस तो अगे निकल जाने रस्ते च, तां अपने जिहड़े मन दे विच दिमाग दे विच जिहड़ी वो गल है कई वार टिकी रह जाती है। उस मन नूं जदों इसे वास्ते कहा कि जिहड़ी एक घृणा है सिर्फ शारीरिक जां भौतिक ही नहीं हुंदी, मानसिक भी हुंदी है। बंदे दे मस्तिष्क ते ये प्रबल जिहड़ा वधेरा प्रबल प्रभाव हुंदा है जिहड़ी इस घृणा दा। क्यों? बंदे दिमाग दे विच गल जज गई, उस गल नूं सोची गया तो जिहड़ा भाव है होर प्रबल हो जाता है, होर ज्यादा उस ते हावी हो जाता है, उहदा जिहड़ा प्रभाव होर ज्यादा वध जाता है। तां शारीरिक नालों जिहड़ी मानसिक घृणा है वो वधेरे प्रबल हुंदी है। रत लहू अते मांस मिज दी बयानबाजी। हुण देखो कई कविता दे विच कई आपां इह जिहे दृश्य हुंदे जिन्हां दे विच आपां गल करदे हां रत खून दी, जिहड़ा खून दी है रत लहू दी गल कीती जांदी है, कोई मांस मिज दी बयानबाजी कीती जांदी है। केवल जिहड़ा बिबतस रस दे विच ही नहीं सगों इसनूं दुराचार अते सभ्याचार वालियां जिहड़ियां घटनावां दे विच भी बिबतस दा जिहड़ा संचार करदियां हन। तां जिहड़ी आपां अज गल कर रहे सी भयानक रस दी, भयानक रस दे विच आपां बिबतस रस कर रहे सी। बिबतस दे विच जिहड़ा अपना स्थाई भाव सी सूग ते घृणा सी। सूग ते घृणा तो भाव है भी आपां नूं किसी चीज तो गिलानी आउणी, घृणा आउणी किस तो आउंदी है? जिहड़े आपां शब्द लिखे है मृतक लोह चरबी सड़ांद मल मूत्र हड्डा रोड़ी, इस तरह के होर जिहड़े दृश्य है जिन्हां नूं देखण ते सुणन ते उहदे नाल अपने मन दे विच जिहड़े भाव है वो घृणा दे भाव सूग दे भाव पैदा हुंदे हैं। फिर आपां अगे गल करदे हां भी जिहड़ा ये शारीरिक जां भौतिक नहीं बल्कि ये मानसिक भी है, भी कल्ला शरीरक ते भौतिक नाल संबंधित नहीं, ये मानसिकता दे नाल भी संबंधित है। इन्हां दोनों दे नालों जिहड़ा अपना मानसिक है उहदा जिहड़ा प्रभाव है शरीरक नालों जिहड़ा मानसिक घृणा है वो ज्यादा प्रबल हुंदी है, उहदा प्रभाव ज्यादा उभर के सामने आउंदा है। जिवें आपां देखदे हां कई कवितावां दे विच रत लहू मांस मिज दे जिहड़े बयानबाजी कीती जांदी है तो उहदे विच जिहड़ा बिबतस रस दा प्रगटावा हुंदा है, इस दा ही विचार दिता जांदा है। तां इह सी अपना बिबतस रस। हुण आपां इक दा उदाहरण लै लैंदे हां, जिवें उदाहरण है मासां नूं मरुंडदे। मासां नूं मरुंडदे, मासां नूं मरुंडदे हड्डां नूं तरुंडदे, हड्डां नूं तरुंडदे। मासां नूं मरुंडदे हड्डां नूं तरुंडदे, चमड़ी नूं नोचदे, चमड़ी नूं नोचदे, चमड़ी नूं नोचदे, आंदरां परोचदे, आंदरां परोचदे, आंदरां परोचदे,
लहू लहू पींदे, लहू पींदे, मांस नूं परोंदे, मांस नूं परोंदे, मिट्टी नूं खांदे, मिट्टी च सूंदे, मिट्टी नूं खांदे, मिट्टी मिट्टी चों सूंदे, मिट्टी चों सूंदे। तां ਇਹ ਸੀ ਆਪਣਾ ਬਿਬਤਸ ਰਸ, ਜਿਹਦੇ ਵਿੱਚ ਆਪਾਂ ਉਦਾਹਰਨ ਲਿੱਤਾ, ਜਿਹਦਾ ਸਥਾਈ ਭਾਵ ਸੀ ਸੂਗ ਜਾਂ ਘ੍ਰਿਣਾ। ਕਦੋਂ ਆਉਂਦੀ ਹੈ? ਆ ਸ਼ਬਦ ਲਿਖਿਆ, ਇਹਨਾਂ ਸ਼ਬਦਾਂ ਤੇ ਆਪਾਂ ਨੂੰ ਘ੍ਰਿਣਾ ਆਉਂਦੀ ਹੈ। ਮਾंस ਨੂੰ ਮਰੁੰਡਦੇ, ਹੱਡਾਂ ਨੂੰ ਤਰੁੰਡਦੇ, ਚਰਬੀ ਨੂੰ ਨੋਚਦੇ, ਆਂਦਰਾਂ ਨੂੰ ਪਰੋਚਦੇ, ਲਹੂ ਪੀਂਦੇ, ਮਾंस ਨੂੰ ਪਰੋਂਦੇ, ਮਿੱਟੀ ਨੂੰ ਖਾਂਦੇ ਤੇ ਮਿੱਟੀ 'ਚ ਸੂੰਦੇ। ਇਹ ਸੀ ਆਪਣਾ ਜਿਹੜਾ 7ਵਾਂ ਰਸ। ਹੁਣ ਆਪਣੇ ਇੱਥੋਂ ਤੱਕ 7 ਰਸਾਂ ਤੱਕ ਚਰਚਾ ਹੋ ਗਈ ਹੈ। ਅਗਲੇ ਰਸਾਂ ਦੀ ਆਪਾਂ ਅਗਲੀ ਵੀਡੀਓ 'ਚ ਚਰਚਾ ਕਰਾਂਗੇ। ਉਹਨੇ ਚਿਰ ਤੁਸੀਂ ਧਿਆਨ ਨਾਲ ਸੁਣਨਾ, ਸਮਝਣਾ, ਨੋਟ ਕਰਨਾ। ਧੰਨਵਾਦ।